ਝੁੱਲੂਏ ਤਿਰੰਗਿਆ ਤੂੰ ਝੁੱਲ ਸਾਡੀ ਖੈਰ ਹੈ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ। ਕੋਰੋਨਾ ਕਾਲ 'ਚ ਦੇਖਾਂਗੇ ਤਾਂ ਭਾਰਤ ਦੀ ਸਥਿਤੀ ਬਹੁਤ ਜ਼ਿਆਦਾ ਖਰਾਬ ਹੈਗੀ ਆ। ਅੱਜ ਮੈਂ ਪੈਕ ਦੇ ਡਾਟਾ ਦੇਖ ਰਿਹਾ ਸੀਗਾ, 173 ਪੱਤਰਕਾਰ ਮਰੇ ਨੇ ਇੰਡੀਆ 'ਚ। ਇਹ ਕੀ ਹਾਲ ਆ ਉੱਥੇ ਹਸਪਤਾਲਾਂ ਦਾ, ਲੋਕਾਂ ਦਾ ਕਿਸ ਤਰ੍ਹਾਂ ਦਾ ਹਾਲ ਆ ਦਿੱਲੀ 'ਚ? ਲੋਕ ਬਾਹਰ ਐਂਬੂਲੈਂਸਾਂ ਵਿੱਚ ਹੀ ਮਰ ਰਹੇ ਨੇ। ਬੰਦੇ ਆਉਂਦੇ ਸੀਗੇ ਐਂਬੂਲੈਂਸਾਂ 'ਚ, ਉਹਨਾਂ ਦੇ ਪਰਿਵਾਰ ਵਾਲੇ ਹੱਥ ਪੈਰ ਜੋੜਦੇ ਸੀਗੇ ਹਸਪਤਾਲਾਂ ਨੂੰ, ਕਿ ਹਸਪਤਾਲ ਵਾਲੇ ਸਿਕਿਉਰਿਟੀ ਗਾਰਡ ਕਹਿ ਰਹੇ ਹੁੰਦੇ ਸੀਗੇ ਕਿ ਇੱਕ ਵੀ ਬੈੱਡ ਖਾਲੀ ਹੈ ਨਹੀਂ। ਇੱਕ ਉਹ ਸ਼ਮਸ਼ਾਨ ਘਾਟ 'ਚ ਜਿਹੜੀ ਰਾਖ ਹੁੰਦੀ ਹੈ ਅੰਤਿਮ ਕਿਰਿਆ ਦੀ, ਉਹ ਠੰਡੀ ਵੀ ਨਹੀਂ ਹੋ ਰਹੀ ਸੀ, ਉਸ ਤੋਂ ਪਹਿਲਾਂ ਹੀ ਕੋਈ ਨਾ ਕੋਈ ਮਰ ਜਾ ਰਿਹਾ ਸੀ, ਉਹਨੂੰ ਦੁਬਾਰੇ ਲੈ ਕੇ ਚੱਲ ਪੈਂਦੇ ਸੀ। ਕੀ ਡਾਟਾ ਵਗੈਰਾ ਕੋਈ ਆਇਆ ਸਾਹਮਣੇ ਪਿੰਡਾਂ ਦੇ ਅੰਦਰ ਜਾਂ ਦੇਸ਼ ਦੇ ਅੰਦਰ ਵਾਕਈ ਕਿਸ ਤਰ੍ਹਾਂ ਦਾ? 78% ਲੋਕਾਂ ਨੇ, ਐਕਸ਼ਨ ਏਡ ਦਾ ਸਰਵੇ ਹੈਗਾ, 78% ਲੋਕਾਂ ਨੇ ਆਪਣੇ ਰੋਜ਼ਗਾਰ ਗਵਾਏ ਨੇ। ਇਮੇਜ ਮੇਕਿੰਗ ਦਾ ਕੰਮ ਚੱਲ ਰਿਹਾ ਹੈ, ਪਰ ਉਹ ਜਿਹੜੀ ਇਮੇਜ ਮੇਕਿੰਗ ਹੈ ਉਹ ਲਾਸ਼ਾਂ ਤੇ ਖੜੀ ਹੈਗੀ। ਹਾਲ ਇੰਨਾ ਮਾੜਾ ਹੈਗਾ ਕਿ ਨਿਊਜ਼ੀਲੈਂਡ ਦੀ ਐਮਬੈਸੀ ਦਿੱਲੀ 'ਚ ਉਹ ਟੈਗ ਕਰ ਰਹੀ ਹੈ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਨੂੰ ਆਕਸੀਜਨ ਵਾਸਤੇ। ਵਿਕਾਸਸ਼ੀਲ ਦੇਸ਼ ਹੈਗੇ ਆ, ਉਹ ਤਾਂ 10 ਸਾਲ ਪਿੱਛੇ ਚਲੇ ਗਏ। ਇਸ ਵਾਰ ਦਾ ਆਊਟਲੁੱਕ ਦਾ ਤੁਸੀਂ ਇਸ਼ੂ ਦੇਖੋਗੇ, ਉਹਦੇ ਤੇ ਲਿਖਿਆ ਹੋਇਆ ਮਿਸਿੰਗ, ਕਵਰ ਸਟੋਰੀ ਹੈ ਮਿਸਿੰਗ ਇੰਡੀਅਨ ਗਵਰਨਮੈਂਟ, ਮਤਲਬ ਭਾਰਤ ਸਰਕਾਰ ਲਾਪਤਾ। ਹੋਰ ਹਾਲਾਤ ਵਿਗੜਦੇ ਨਜ਼ਰ ਆ ਰਹੇ ਨੇ। ਹਾਲਾਤ ਵਿਗੜਨਗੇ ਕਿ ਜੇ ਹਾਲਾਤ ਨਹੀਂ ਸੰਭੇ ਗਏ, ਚੀਜ਼ਾਂ ਠੀਕ ਨਹੀਂ ਹੋਈਆਂ, ਤੇ ਲੋਕਾਂ 'ਚ ਇੱਕ ਗੁੱਸਾ ਹੈਗਾ ਉਹ ਨਿਕਲੂਗਾ। ਪ੍ਰੈਸ਼ਰ ਆ ਸਰਕਾਰ ਦਾ ਪ੍ਰੈਸ਼ਰ ਹੈਗਾ। ਇਸ ਟਾਈਮ ਬਹੁਤ ਘੱਟ ਸੰਸਥਾਨ, ਜਿਹੜੇ ਮੀਡੀਆ ਸੰਸਥਾਨ ਹੈਗੇ, ਸਟੈਂਡ ਲੈ ਪਾ ਰਹੇ ਨੇ। ਮਤਲਬ ਤੁਹਾਡੇ ਅੰਧ ਵਿਸ਼ਵਾਸਾਂ ਤੋਂ ਅਸੀਂ ਪੋਜ਼ਿਟਿਵਿਟੀ ਸਿੱਖ ਲਈਏ, ਹਵਨ ਕਰਕੇ ਕਰੋਨਾ ਨੂੰ ਭਗਾ ਦਾਂਗੇ, ਗੋ ਕਰੋਨਾ ਗੋ, ਥਾਲੀ ਪਿੱਟੋ, ਇਹ ਕਰੋ ਉਹ ਕਰੋ, ਕੋਈ ਗੱਲ ਹੋਈ? ਤਾਂ ਸਭ ਤੋਂ ਜ਼ਿਆਦਾ ਇਸ ਸੈਕਿੰਡ ਵੇਵ 'ਚ ਕਰੋਨਾ ਦਾ ਜਿਹੜਾ ਬੰਬ ਬਣਿਆ ਉਹ ਸੀਗਾ ਮਹਾਕੁੰਭ। ਕਿੱਥੋਂ ਦੇ ਆ ਪੰਛੀਆਂ ਨੂੰ ਕਿੱਥੋਂ ਚੋਗਾ ਲੱਭਿਆ, ਧੀਆਂ ਦੇ ਵਸੇਬੇ ਲਈ ਬਾਪੂ ਦੇਸ਼ ਛੱਡਿਆ। ਕਿੰਨਾ ਹੈ ਮਹਾਨ ਦੇਸ਼ ਉਦੋਂ ਪਤਾ ਲੱਗਿਆ, ਡੂੰਘਾ ਜਦੋਂ ਹਿੱਕ 'ਚ ਤਿਰੰਗਾ ਗਿਆ ਗੱਡਿਆ। ਝੁੱਲੂਏ ਤਿਰੰਗਿਆ ਤੂੰ ਝੁੱਲ ਸਾਡੀ ਖੈਰ ਹੈ, ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ। ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ। ਅੱਜ ਦਿਲ ਉਦਾਸ ਆ ਇਸ ਕਰਕੇ ਕਿ ਜਿਹੜੇ ਜਰਨੈਲ ਸਿੰਘ ਦੇ ਨਾਲ ਗੱਲਾਂ ਕਰਦੇ ਸੀ ਫੋਨ ਦੇ ਉੱਤੇ, ਜਿਹੜੇ ਜਰਨੈਲ ਸਿੰਘ ਹੋਰਾਂ ਨਾਲ ਗੱਲ ਹੁੰਦੀ ਸੀ, ਹੋਰ ਬਹੁਤ ਸਾਰੇ ਮਿੱਤਰ ਅਜ਼ੀਜ਼ ਦੁਨੀਆ ਤੋਂ ਜਾ ਰਹੇ ਨੇ ਛੱਡ ਕੇ। ਸਵੇਰੇ ਫੋਨ ਚੱਕੀਦਾ, ਪਤਾ ਲੱਗਦਾ ਫਲਾਨਾ ਬੰਦਾ ਚਲਾ ਗਿਆ। ਤਾਂ ਸਾਨੂੰ ਲੱਗਿਆ ਅੱਜ ਰਾਜਨੀਤੀ ਡੀਕੋਡ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰੀਏ ਕਰੋਨਾ ਦੇ ਉੱਤੇ ਹੀ। ਮਨ ਵੀ ਉਦਾਸ ਸੀਗਾ ਕਿ ਕਿਉਂ ਐ ਹੋ ਰਿਹਾ ਤੇ ਸਰਕਾਰਾਂ ਦਾ ਰੋਲ ਕੀ ਹੈ, ਕਿਉਂਕਿ ਐਂਡ ਆਫ ਦੀ ਗੱਲ ਆ ਕੇ ਮੁੱਕਦੀ ਹੈ ਸਰਕਾਰਾਂ ਦੇ ਉੱਤੇ, ਸਮਾਜ ਦੇ ਉੱਤੇ। ਸਰਕਾਰ ਕੀ ਕਰ ਰਹੀ ਹੈ ਤੇ ਸਮਾਜ ਕਿੰਨਾ ਚੇਤਨ ਹੈ। ਮਨਦੀਪ ਪੁਨੀਆ ਪੱਤਰਕਾਰ, ਜਿਨ੍ਹਾਂ ਨੂੰ ਸਾਰੇ ਤੁਸੀਂ ਜਾਣਦੇ ਹੋ, ਜਿਹੜੇ ਸਿੰਘੂ ਬੈਰੀਅਰ ਤੋਂ ਪੁਲਿਸ ਨੇ ਚੁੱਕ ਲਏ ਸੀ, ਉਸ ਤੋਂ ਬਾਅਦ ਲਗਾਤਾਰ ਇੱਕ ਧੜੱਲੇਦਾਰ ਪੱਤਰਕਾਰ ਦੇ ਤੌਰ ਤੇ ਪਹਿਲਾਂ ਵੀ ਜਾਣੇ ਜਾਂਦੇ ਸੀ। ਦਾ ਵਾਇਰ ਲਈ ਵੀ ਲਿਖਦੇ ਰਹੇ, ਉਸ ਤੋਂ ਇਲਾਵਾ ਦਾ ਕੈਰਵੈਨ ਲਈ, ਔਰ ਵੱਖ-ਵੱਖ ਥਾਵਾਂ 'ਤੇ ਅਲਟਰਨੇਟਿਵ ਮੀਡੀਆ, ਜਿਹੜਾ ਬਦਲਵਾਂ ਮੀਡੀਆ, ਉਸ 'ਚ ਗੱਲ ਕਰਦੇ ਨੇ। ਤਾਂ ਮਨਦੀਪ ਹੋਰੀ ਦਿੱਲੀ ਬਹੁਤ ਲੰਬਾ ਸਮਾਂ ਰਹੇ ਨੇ। ਦਿੱਲੀ 'ਚ ਹੁਣੇ ਕਰੋਨਾ ਦੇ ਦੌਰ 'ਚ ਵੀ ਉੱਥੇ ਸੀਗੇ, ਤੇ ਹੋਰ ਵੀ ਦੇਸ਼ ਦੁਨੀਆ 'ਚ ਕੀ ਹੋ ਰਿਹਾ ਔਰ ਪੱਤਰਕਾਰਾਂ ਦਾ ਕੀ ਹਾਲ ਹੈ ਕਰੋਨਾ ਦੇ ਦੌਰ 'ਚ, ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਸਵਾਗਤ ਹੈ ਮਨਦੀਪ। ਸ਼ੁਕਰੀਆ ਜੀ। ਮਨਦੀਪ, ਸਭ ਤੋਂ ਪਹਿਲਾਂ ਮੈਂ ਇਹੀ ਪੁੱਛੂੰਗਾ, ਜਰਨੈਲ ਜੀ ਚਲੇ ਗਏ, ਤੁਸੀਂ ਵੀ ਜਾਣਦੇ ਹੋ, ਅਕਿਊਜ਼ਡ ਉਹਨਾਂ ਨੇ ਜੋ ਚਿਦੰਬਰਮ ਦੇ ਉੱਤੇ ਜੁੱਤੀ ਸਿੱਟੀ ਸੀ, ਉਸ ਤੋਂ ਬਾਅਦ ਉਹ ਚਰਚਾ 'ਚ ਆਏ। ਹੋਰ ਪੱਤਰਕਾਰਾਂ ਦਾ ਵੀ ਕਹਿੰਦੇ ਸਭ ਤੋਂ ਜ਼ਿਆਦਾ ਮੌਤਾਂ ਪਿਛਲੇ ਦੌਰ 'ਚ ਪੱਤਰਕਾਰਾਂ ਦੀਆਂ ਹੋਈਆਂ ਨੇ ਕਰੋਨਾ ਕਾਲ 'ਚ। ਬਿਲਕੁਲ, ਕਰੋਨਾ ਕਾਲ 'ਚ ਦੇਖਾਂਗੇ ਤਾਂ ਭਾਰਤ ਦੀ ਸਥਿਤੀ ਬਹੁਤ ਜ਼ਿਆਦਾ ਖਰਾਬ ਹੈਗੀ ਆ। ਪਹਿਲਾ ਨੰਬਰ 'ਤੇ ਤਾਂ ਬ੍ਰਾਜ਼ੀਲ ਹੈਗਾ, ਜਿੱਥੇ ਸਭ ਤੋਂ ਜ਼ਿਆਦਾ ਪੱਤਰਕਾਰਾਂ ਦੀ ਮੌਤ ਹੋਈ। ਦੂਜੇ ਨੰਬਰ 'ਤੇ ਇੰਡੀਆ ਹੈਗਾ। ਅੱਜ ਮੈਂ ਪੈਕ ਦੇ ਡਾਟਾ ਦੇਖ ਰਿਹਾ ਸੀਗਾ, 173 ਪੱਤਰਕਾਰ ਮਰੇ ਨੇ ਇੰਡੀਆ 'ਚ, ਅਤੇ ਉਹਨਾਂ 'ਚੋਂ ਇੱਕ ਨਾ ਜਰਨੈਲ ਸਿੰਘ ਹੋਰਾਂ ਜਿੱਦਾਂ ਵੀ ਹੈਗਾ, ਅਤੇ ਹਰਿਆਣੇ ਦੇ ਵੀ ਕਈ ਪੱਤਰਕਾਰ ਮਰੇ, ਦਿੱਲੀ ਦੇ ਵੀ ਬਹੁਤ ਬੜੇ ਨਾਂ ਹੁਣ ਸਾਡੇ ਵਿੱਚ ਹੈ ਨਹੀਂ। ਅਤੇ ਉਹ ਰੀਜ਼ਨ ਮੈਨੂੰ ਇੱਕ ਤਾਂ ਇਹ ਲੱਗਿਆ ਕਿ ਪੱਤਰਕਾਰਾਂ ਨੂੰ ਫਰੰਟ ਲਾਈਨ ਵਰਕਰਸ ਹੀ ਨਹੀਂ ਮੰਨਿਆ ਗਿਆ, ਨਾ ਉਹਨਾਂ ਦੀ ਵੈਕਸੀਨੇਸ਼ਨ ਕੀਤੀ ਗਈ ਸਰਕਾਰਾਂ ਵੱਲੋਂ ਪਹਿਲ ਕਰਕੇ। ਅਤੇ ਅੱਜ ਦੇਖ ਲਓ, ਕਿਉਂਕਿ ਉਹ ਗਰਾਊਂਡ 'ਤੇ ਜਾਂਦੇ ਹੀ ਨੇ ਪੱਤਰਕਾਰ ਕਵਰ ਕਰਨ, ਅਤੇ ਡੈਥ 173, 173 ਡੈਥਸ, ਬਹੁਤ ਜ਼ਿਆਦਾ ਡੈਥਸ ਹੁੰਦੀਆਂ ਨੇ, ਕਿਉਂਕਿ ਪੱਤਰਕਾਰ ਕਮਿਊਨਿਟੀ ਬਹੁਤ ਛੋਟੀ ਕਮਿਊਨਿਟੀ ਹੈ। ਸਾਰੇ 10-15 ਹਜ਼ਾਰ ਪੱਤਰਕਾਰ ਹੋਣਗੇ ਪੂਰੇ ਦੇਸ਼ 'ਚ ਹੀ। ਹਾਂ, ਪੂਰੇ ਦੇਸ਼ 'ਚ, ਉਸ 'ਚ 173 ਮਰ ਗਏ। ਬਹੁਤ ਵੱਡਾ ਇੱਕ ਨੁਕਸਾਨ ਪਿਛਲੇ ਦੌਰ 'ਚ ਸਮਾਜ ਦਾ ਵੀ ਹੋਇਆ। ਦਿੱਲੀ 'ਚ ਤੁਸੀਂ ਰਹੇ ਹੋਗੇ, ਤੁਸੀਂ ਦਿੱਲੀ, ਮੇਰੇ ਵੀ ਯਾਦ ਆ, ਮੈਂ ਵੀ ਸੀ ਉੱਥੇ, ਪਰ
ਤੁਸੀਂ ਉਸ ਤੋਂ ਬਾਅਦ ਵੀ ਲਗਾਤਾਰ ਸ਼ਹੀਦ ਦਿੱਲੀ ਤੁਸੀਂ ਬਹੁਤ ਕਵਰ ਕੀਤੀ ਹੈ। ਕੀ ਹਾਲ ਆ ਉੱਥੇ ਹਸਪਤਾਲਾਂ ਦਾ, ਲੋਕਾਂ ਦਾ, ਕਿਸ ਤਰ੍ਹਾਂ ਦਾ ਹਾਲ ਆ ਦਿੱਲੀ 'ਚ? ਦਿੱਲੀ 'ਚ ਜਿਵੇਂ ਅਸੀਂ ਰਾਤ ਨੂੰ ਹੈਲਥ ਰਿਪੋਰਟਿੰਗ ਕਰਨ ਜਾਂਦੇ ਹੁੰਦੇ ਸੀਗੇ, ਤੇ ਜਿੰਨੇ ਵੀ ਵੱਡੇ ਹਸਪਤਾਲ ਹੈਗੇ ਆ ਦਿੱਲੀ 'ਚ, ਚਾਹੇ ਉਹ GTB ਹੋਵੇ ਜਾਂ ਫਿਰ LNJP ਹੋਵੇ, ਰਾਜੀਵ ਗਾਂਧੀ ਹੋਵੇ, ਰਾਮ ਮਨੋਹਰ ਲੋਹੀਆ ਹੋਵੇ, ਤਾਂ ਉਹਨਾਂ ਸਾਰਿਆਂ ਦੇ ਗੇਟ ਬੰਦ ਨੇ, ਸਾਰਿਆਂ ਦੇ ਗੇਟ ਬੰਦ ਨੇ। ਤੇ ਕੋਈ ਵੀ ਫੋਨ ਆ ਜਾਵੇ ਉਹ ਗੇਟ ਖੋਲ ਨਹੀਂ ਰਹੇ। ਲੋਕ ਬਾਹਰ ਐਂਬੂਲੈਂਸਾਂ ਵਿੱਚ ਹੀ ਮਰ ਰਹੇ ਨੇ। ਜ਼ਿਆਦਾਤਰ ਐਂਬੂਲੈਂਸ UP ਨੰਬਰ ਦੀ ਹੁੰਦੀਆਂ ਸੀਗੀਆਂ। ਅਸੀਂ ਜਦੋਂ ਚੈੱਕ ਕਰਦੇ ਸੀਗੇ ਕਿਹੜੇ ਨੰਬਰਾਂ ਦੀ ਐਂਬੂਲੈਂਸ ਉੱਥੇ ਆ ਰਹੀਆਂ ਨੇ, UP ਨੰਬਰ ਦੀ ਸਭ ਤੋਂ ਜ਼ਿਆਦਾ ਐਂਬੂਲੈਂਸ ਹੁੰਦੀਆਂ ਸੀਗੀਆਂ। ਤੇ ਬੰਦੇ ਆਉਂਦੇ ਸੀਗੇ ਐਂਬੂਲੈਂਸਾਂ 'ਚ, ਉਹਨਾਂ ਦੇ ਪਰਿਵਾਰ ਵਾਲੇ ਹੱਥ ਪੈਰ ਜੋੜਦੇ ਸੀਗੇ ਹਸਪਤਾਲਾਂ ਨੂੰ, ਕਿ ਹਸਪਤਾਲ ਵਾਲੇ ਸਿਕਿਉਰਿਟੀ ਗਾਰਡ ਕਹਿ ਰਹੇ ਹੁੰਦੇ ਸੀਗੇ ਕਿ ਇੱਕ ਵੀ ਬੈੱਡ ਖਾਲੀ ਹੈ ਨਹੀਂ, ਤੇ ਘੰਟੇ 2 ਘੰਟੇ ਤੱਕ ਮਰੀਜ਼ ਉੱਥੇ ਮਰ ਜਾਂਦਾ ਸੀ। ਹੁਣ ਤੇ ਹਾਲ ਉਦੋਂ ਵੀ ਜ਼ਿਆਦਾ ਮਾੜਾ ਹੋ ਗਿਆ ਹੋਊਗਾ। ਜ਼ਿਆਦਾ, ਕਿਉਂਕਿ ਮਈ ਪੀਕ ਦੱਸਿਆ ਜਾ ਰਿਹਾ ਤੇ ਮਈ ਮਹੀਨਾ ਹੀ ਚੱਲ ਰਿਹਾ, ਤੇ ਸ਼ਮਸ਼ਾਨ ਘਾਟ ਦੇਖ ਕੇ ਤਾਂ ਤੁਹਾਨੂੰ ਜ਼ਿਆਦਾ ਲੱਗੂਗਾ ਕਿ ਇਹ ਜ਼ਿਆਦਾ ਹੀ ਹੈ। ਜਿਵੇਂ ਦਿੱਲੀ 'ਚ ਇੱਕ ਥਾਂ ਹੈ ਸੀਮਾਪੁਰੀ ਸ਼ਮਸ਼ਾਨ ਘਾਟ, ਉੱਥੇ ਇੱਕ ਦਿਨ ਮੈਂ ਗਿਆ ਤੇ 106 ਲਾਸ਼ਾਂ ਵੇਟਿੰਗ 'ਚ ਸੀਗੀਆਂ। ਅੰਦਰ ਸੈਂਕੜੋਂ ਮਤਲਬ ਬਹੁਤ ਜ਼ਿਆਦਾ ਲੋਕ ਜਲਾਏ ਜਾ ਰਹੇ ਸੀ, ਉਹਨਾਂ ਦੀ ਅੰਤਿਮ ਕਿਰਿਆ ਚੱਲ ਰਹੀ ਸੀ, ਤੇ 106 ਲਾਸ਼ਾਂ ਵੇਟਿੰਗ 'ਚ ਸੀਗੀਆਂ ਜਿਨ੍ਹਾਂ ਦਾ ਨੰਬਰ ਆਉਣਾ ਸੀਗਾ। ਤੇ ਐਂ ਯਮੁਨਾ ਬੈਂਕ ਦੇ ਕਿਨਾਰੇ ਲਾਸ਼ਾਂ ਨੂੰ ਫੂਕਣਾ ਗੈਰ ਕਾਨੂੰਨੀ ਹੈਗਾ। ਯਮੁਨਾ ਬੈਂਕ ਦੇ ਕਿਨਾਰੇ ਤੁਸੀਂ ਨੋਇਡਾ ਤੋਂ ਦਿੱਲੀ ਆਓਗੇ ਤਾਂ ਬਹੁਤ ਸਾਰੀਆਂ ਲਾਸ਼ਾਂ ਤੁਹਾਨੂੰ ਜਲਦੀ ਮਿਲ ਜਾਣਗੀਆਂ। ਐਂ ਜਿਹੜਾ ਉੱਤਰ ਪ੍ਰਦੇਸ਼ 'ਚ ਆਪਾਂ ਕਾਂਡ ਦੇਖਿਆ, ਜਿਹੜੇ ਲਾਸ਼ਾਂ ਆਈਆਂ ਨੇ ਨਦੀ 'ਚ ਬਹਿ ਕੇ ਆਈਆਂ, ਤੇ ਮਤਲਬ ਸਿੱਟਣੀਆਂ ਪੈ ਰਹੀਆਂ ਨੇ ਲਾਸ਼ਾਂ। ਇਹ ਹਾਲ ਹੋ ਰੱਖਿਆ ਮੌਤ। ਅੱਜ ਜਿਹੜਾ ਗੁਜਰਾਤ ਦਾ ਅਖਬਾਰ ਹੈਗਾ ਦਿਵਿਆ ਭਾਸਕਰ, ਉਹਨੇ ਸਟੋਰੀ ਕੀਤੀ ਹੈ ਗੁਜਰਾਤ ਤੇ। ਉਹਨੇ ਸਟੋਰੀ 'ਚ ਕਿਹਾ ਹੈ ਕਿ ਜਿਹੜੇ ਡੈਥ ਸਰਟੀਫਿਕੇਟ ਇਸ਼ੂ ਹੋਏ ਨੇ ਉਹ ਪਿਛਲੇ ਸਾਲ ਤੋਂ 15 ਟਾਈਮਸ ਜ਼ਿਆਦਾ ਨੇ, 15 ਟਾਈਮਸ ਜ਼ਿਆਦਾ ਨੇ, 15 ਗੁਣਾ ਜ਼ਿਆਦਾ ਨੇ ਇਸੇ ਮਹੀਨੇ 'ਚ। ਤਾਂ ਮਤਲਬ ਜਿਹੜਾ ਡੇਟਾ ਹੈਗਾ ਉਹ ਵੀ ਐਗਜ਼ੈਕਟ। ਪੰਜਾਬ ਦੇ ਅੰਦਰ ਵੀ ਬਹੁਤ ਬੁਰਾ ਹਾਲ ਹੈਗਾ, ਪੰਜਾਬ ਦੇ ਪਿੰਡਾਂ ਦੇ ਅੰਦਰ ਔਰ ਪੰਜਾਬ ਦਾ ਜੇ ਪਿਛਲੇ ਸਾਲ ਦੇ ਆਪਾਂ ਡਾਟਾ ਕੰਪੇਅਰ ਕਰੀਏ, ਬਹੁਤ ਵੱਡਾ ਫਰਕ ਆ। ਬਹੁਤ ਜ਼ਿਆਦਾ ਮੌਤਾਂ ਪੰਜਾਬ 'ਚ ਹੋ ਰਹੀਆਂ ਨੇਗੀਆਂ। ਮਤਲਬ ਪੰਜਾਬ ਦੇ ਪਿੰਡਾਂ ਦੇ ਅੰਦਰ ਵੀ, ਉੱਥੇ ਵੀ ਦਿੱਲੀ ਦੇ ਨਾਲ ਲੱਗਦੇ ਪਿੰਡਾਂ 'ਚ, ਹਰਿਆਣੇ ਦੇ ਪਿੰਡਾਂ 'ਚ ਵੀ ਤੁਸੀਂ ਘੁੰਮਦੇ ਹੋਗੇ। ਹਰਿਆਣੇ 'ਚ ਵੀ ਮਾੜਾ ਹਾਲ ਹੈ। ਪੰਜਾਬ ਦਾ ਆਪ ਜੀ ਨੇ ਦੱਸਿਆ, ਐਂ ਹਰਿਆਣੇ ਦਾ ਵੀ, ਜਿਵੇਂ ਰੋਹਤਕ ਦੇ ਇੱਕ ਲਾਗੇ ਪਿੰਡ ਹੈਗਾ ਟਟੋਲੀ, ਉੱਥੇ 70 ਦੇ ਨੇੜੇ ਤੇੜੇ ਡੈਥਸ ਹੋ ਚੁੱਕੀਆਂ ਨੇ। ਇੱਕ ਪਿੰਡ 'ਚ 70 ਲੋਕ, ਬਹੁਤ ਵੱਡੀ ਸੰਖਿਆ ਹੁੰਦੀ ਹੈ ਮਹੀਨੇ ਭਰ 'ਚ। ਇੱਕ ਦਿਨ ਤਾਂ 24 ਘੰਟਿਆਂ 'ਚ 9 ਡੈਥਸ ਸੀਗੀਆਂ, 9 ਲੋਕ ਮਰੇ। ਮਤਲਬ ਇੱਕ ਉਹ ਸ਼ਮਸ਼ਾਨ ਘਾਟ 'ਚ ਜਿਹੜੀ ਰਾਖ ਹੁੰਦੀ ਹੈ ਅੰਤਿਮ ਕਿਰਿਆ ਦੀ, ਉਹ ਠੰਡੀ ਵੀ ਨਹੀਂ ਹੋ ਰਹੀ ਸੀ, ਉਸ ਤੋਂ ਪਹਿਲਾਂ ਹੀ ਕੋਈ ਨਾ ਕੋਈ ਮਰ ਜਾ ਰਿਹਾ ਸੀ, ਉਹਨੂੰ ਦੁਬਾਰੇ ਲੈ ਕੇ ਚੱਲ ਪੈਂਦੇ ਸੀਗੇ ਪਿੰਡ ਨਾਲ। ਤੇ ਜ਼ਿਆਦਾ ਮਤਲਬ ਪਿੰਡਾਂ 'ਚ ਜ਼ਿਆਦਾ ਬੁਰਾ ਹਾਲ ਹੈ, ਕਿਉਂਕਿ ਪਿੰਡਾਂ 'ਚ ਲੋਕ ਇਸ ਚੀਜ਼ ਨੂੰ ਜ਼ਿਆਦਾ ਸੀਰੀਅਸਲੀ ਲੈਂਦੇ ਨਹੀਂ, ਤੇ ਕਿਉਂਕਿ ਜਿਹੜਾ ਸੋਸ਼ਲ ਸਟਰਕਚਰ ਹੈਗਾ ਉਹ ਵੀ ਬਹੁਤ ਖੁੱਲਾ ਡੁੱਲਾ ਹੈਗਾ, ਤੇ ਲੋਕ ਸੋਸ਼ਲ ਡਿਸਟੈਂਸਿੰਗ, ਇਹ ਸਾਰੀ ਚੀਜ਼ਾਂ, ਇਸ ਕਰਕੇ ਇਸ ਸੈਕਿੰਡ ਵੇਵ 'ਚ ਪਿੰਡ ਜ਼ਿਆਦਾ ਅਫੈਕਟਡ ਨੇ ਸ਼ਹਿਰਾਂ ਤੋਂ। ਕੀ ਡਾਟਾ ਵਗੈਰਾ ਕੋਈ ਆਇਆ ਸਾਹਮਣੇ ਪਿੰਡਾਂ ਦੇ ਅੰਦਰ ਜਾਂ ਦੇਸ਼ ਦੇ ਅੰਦਰ? ਬਾਕੀ ਕਿਸ ਤਰ੍ਹਾਂ ਦਾ ਡਾਟਾ ਤੁਸੀਂ ਦੇਖ ਰਹੇ ਹੋਗੇ? ਅੰਡਰ ਰਿਪੋਰਟਿੰਗ ਬਹੁਤ ਹੈ ਜ਼ਿਆਦਾ। ਜਿਵੇਂ ਰੋਹਤਕ ਜਿਹੜੇ ਪਿੰਡ 'ਚ ਮੈਂ ਕਹਿ ਰਿਹਾ 70 ਲੋਕਾਂ ਦੀ ਡੈਥ ਹੋਈ, ਉੱਥੇ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨੇ ਸਿਰਫ 3 ਡੈਥਸ ਕੋਰੋਨਾ ਤੋਂ ਮੰਨੀਆਂ, ਔਰ ਡੈਥਸ ਨੂੰ ਗਿਣਿਆ ਹੀ ਨਹੀਂ। ਤੇ ਅੰਡਰ ਰਿਪੋਰਟਿੰਗ ਬਹੁਤ ਹੈ। ਯਾਨੀ ਸਰਕਾਰ, ਜਿਵੇਂ ਇੰਟਰਨੈਸ਼ਨਲ ਮੀਡੀਆ ਕਹਿ ਰਿਹਾ, ਸਰਕਾਰ ਅੰਕੜਿਆਂ ਤੇ ਬਿਲਕੁਲ ਪਰਦਾ ਪਾ ਰਹੀ ਹੈ। ਪੂਰਾ ਪਰਦਾ ਪਾ, ਸਾਰੀਆਂ ਸਰਕਾਰਾਂ ਪਾ ਰਹੀਆਂ ਨੇ, ਕਹੀਏ ਮੋਦੀ ਸਰਕਾਰ ਹੀ ਨਹੀਂ, ਰਾਜ ਸਰਕਾਰਾਂ ਵੀ ਪਾ ਰਹੀਆਂ ਨੇ। ਬਿਲਕੁਲ, ਰਾਜ ਸਰਕਾਰ ਵੀ ਪਾ ਰਹੀਆਂ ਨੇ। ਤੇ ਦੂਜਾ ਹੁਣ ਇਮੇਜ ਮੇਕਿੰਗ ਦਾ ਵੀ ਹੈਗਾ, ਜਿਵੇਂ ਇੰਟਰਨੈਸ਼ਨਲ ਮੀਡੀਆ ਨੇ ਕਵਰ ਕੀਤਾ, ABC ਨੇ ਕਵਰ ਕੀਤਾ, ਨਿਊਯਾਰਕ ਟਾਈਮਸ ਨੇ ਕਵਰ ਕੀਤਾ। ਉਸ ਤੋਂ ਬਾਅਦ ਲੱਗਿਆ ਕਿ ਜਿਹੜੇ ਸੱਤਾਧਾਰੀ ਦਲ ਦੇ ਲੋਕ ਹੈਗੇ, ਉਹਨਾਂ ਨੂੰ ਲੱਗਿਆ ਕਿ ਇਹ ਤਾਂ ਸਾਡੀ ਇਮੇਜ ਕੋਰੋਨਾ ਕਰਕੇ ਜ਼ਿਆਦਾ ਖਰਾਬ ਹੋ ਰਹੀ। ਉਹਨਾਂ ਨੇ ਫਰਜ਼ੀ ਵੈਬਸਾਈਟਾਂ ਬਣਾ ਕੇ ਚਲਾਤੀਆਂ, ਜਿਵੇਂ ਦ ਗਾਰਜੀਅਨ ਦਾ ਉਹਨਾਂ ਨੇ ਦ ਡੇਲੀ ਗਾਰਜੀਅਨ ਕਰਤਾ, ਅਲ ਜਜ਼ੀਰਾ ਦਾ ਜਲ ਜੀਰਾ ਕਰਤਾ, ਤੇ ਐ ਫੇਕ ਵੈਬਸਾਈਟਾਂ ਬਣਾ ਕੇ ਕਿ ਨਹੀਂ ਮੋਦੀ ਸਰਕਾਰ ਤਾਂ ਬਹੁਤ ਵਧੀਆ ਕਰ ਰਹੀ ਹੈ। ਇਹ ਇਮੇਜ ਮੇਕਿੰਗ ਦਾ ਕੰਮ ਚੱਲ ਰਿਹਾ ਹੈ, ਪਰ ਉਹ ਜਿਹੜੀ ਇਮੇਜ ਮੇਕਿੰਗ ਹੈ ਉਹ ਲਾਸ਼ਾਂ ਤੇ ਖੜੀ ਹੈਗੀ ਆ ਇਸ ਟਾਈਮ। ਤਾਂ ਕੀ ਲੱਗਦਾ ਗਾ, ਇਹ ਪਰਦੇ ਪਾ ਕੇ ਸਰਕਾਰ ਬਚ ਜਾਏਗੀ? ਤੁਸੀਂ ਕੀ ਦੇਖ ਰਹੇ ਹੋ, ਲੋਕਾਂ ਦਾ ਰਿਐਕਸ਼ਨ ਕੀ ਹੈ? ਦਿੱਲੀ 'ਚ ਕੀ ਸੀਗਾ, ਪੱਛਮੀ ਉੱਤਰ ਪ੍ਰਦੇਸ਼ 'ਚ, ਹਰਿਆਣੇ 'ਚ ਤੁਸੀਂ ਘੁੰਮਦੇ ਹੋ ਜਿੱਥੇ ਉੱਥੇ ਕੀ ਲੋਕ ਕੀ ਕਹਿ ਰਹੇ ਨੇ? ਤੁਹਾਡੀ ਗੱਲ ਹੁੰਦੀ ਹੋਊ ਜਾਂ ਜਿਹਨਾਂ ਜਿਹੜੇ ਵਿਕਟਿਮਸ ਹੈਗੇ ਆ ਜਾਂ ਉਹਨਾਂ ਦੀ ਫੈਮਿਲੀਜ਼ ਹੈਗੀਆਂ, ਉਹ ਬਹੁਤ ਜ਼ਿਆਦਾ ਗੁੱਸੇ 'ਚ ਹੈਗੇ ਆ। ਈਵਨ ਇੱਕ ਜਣਾ ਤਾਂ ਉਹ ਵੀ ਮਰਿਆ ਜਿਹਨੂੰ ਪ੍ਰਧਾਨ ਮੰਤਰੀ ਸਾਹਿਬ ਟਵਿੱਟਰ ਤੇ ਫੋਲੋ ਕਰਦੇ ਸੀਗੇ, ਉਹਦੀ ਵੀ ਡੈਥ ਹੋਈ। ਉਹਦੀ ਪੂਰੀ ਫੈਮਿਲੀ ਅਗੇਂਸਟ ਹੈਗੀ ਸੀ। ਉਹ ਕਹਿ ਰਹੇ ਕਿ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਟੈਗ ਕਰਕੇ ਕਿਹਾ ਕਿ ਬਈ ਵੈਂਟੀਲੇਟਰ ਚਾਹੀਦਾ, ICU 'ਚ ਉਹਨੂੰ ਆਕਸੀਜਨ ਚਾਹੀਦੀ, ਉਹ ਸਾਰਾ ਉਹ ਉਹਨਾਂ ਨੇ ਟਵੀਟ ਕੀਤਾ, ਲੇਕਿਨ ਕੋਈ ਮਦਦ ਨਹੀਂ ਹੋਈ।
ਹਾਲ ਇੰਨਾ ਮਾੜਾ ਹੈਗਾ ਕਿ ਨਿਊਜ਼ੀਲੈਂਡ ਦੀ ਐਮਬੈਸੀ ਦਿੱਲੀ 'ਚ ਉਹ ਟੈਗ ਕਰ ਰਹੀ ਹੈ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਨੂੰ ਆਕਸੀਜਨ ਵਾਸਤੇ। ਉਹਦਾ ਮਤਲਬ ਨਿਊਜ਼ੀਲੈਂਡ ਦੀ ਐਮਬੈਸੀ ਦਾ ਵੀ ਇੰਡੀਅਨ ਗਵਰਨਮੈਂਟ ਤੇ ਯਕੀਨ ਹੈ ਨਹੀਂ, ਇੰਨਾ ਮਾੜਾ ਹਾਲ ਹੈਗਾ। ਕਿ ਇਹਦੇ ਆਪਾਂ ਆਫਟਰ ਇਫੈਕਟ ਕੀ ਦੇਖੀਏ? ਜਿਵੇਂ ਜਜੇਕ ਵਰਗਾ ਬੜਾ ਵੱਡਾ ਵਿਦਵਾਨ ਆ, ਉਹ ਵੀ ਇੱਥੋਂ ਕਹਿੰਦਾ ਹੈਗਾ ਕਿ ਮਹਾਮਾਰੀਆਂ ਦੀ ਸ਼ੁਰੂਆਤ ਆ, ਇੱਕ ਮਹਾਮਾਰੀ ਹੈ, ਬਹੁਤ ਸਾਰੀਆਂ ਮਹਾਮਾਰੀਆਂ, ਔਰ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਮੈਂ ਵਿਦਵਾਨ ਦੇਖ ਰਿਹਾ ਦੁਨੀਆ ਦੇ, ਉਹ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਸਾਡਾ এনवायरमेंट ਦੇ ਨਾਲ ਰਿਸ਼ਤਾ, ਜਿਸ ਤਰ੍ਹਾਂ ਕੁਦਰਤ ਦੇ ਨਾਲ ਰਿਸ਼ਤਾ, ਜਿਸ ਤਰ੍ਹਾਂ ਸਾਡਾ ਜਾਨਵਰਾਂ ਦੇ ਨਾਲ ਰਿਸ਼ਤਾ, ਉਹਦੇ ਨਾਲ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਮਹਾਮਾਰੀਆਂ ਆਉਣ ਵਾਲੇ ਦਿਨਾਂ 'ਚ ਹੋਰ ਆਉਣਗੀਆਂ। ਇਹਦੇ ਕੀ ਦੇਖ ਰਹੇ ਹੋ ਤੁਸੀਂ, ਇਹਦਾ ਆਫਟਰ ਮੈਥ ਮੈਂ ਦੇਖਾਂ ਤਾਂ ਸਭ ਤੋਂ ਜ਼ਿਆਦਾ ਇਫੈਕਟ ਤਾਂ ਦੇਖ ਲੋਕ ਹੋਣਗੇ। 78% ਲੋਕਾਂ ਨੇ, ਐਕਸ਼ਨ8 ਦਾ ਸਰਵੇ ਹੈਗਾ, 78% ਲੋਕਾਂ ਨੇ ਆਪਣੇ ਰੋਜ਼ਗਾਰ ਗਵਾਏ ਨੇ। 78% ਬਹੁਤ ਵੱਡਾ ਹੁੰਦਾ ਹੈ। ਇੰਡੀਆ ਦੀ ਜਿਹੜੀ ਇਸ ਵਾਰ ਦਾ ਜਿਹੜਾ ਇਕਨੋਮਿਕ ਆਊਟਲੁੱਕ ਸੀਗਾ IMF ਦਾ, ਉਹ ਤੁਸੀਂ ਦੇਖੋਗੇ ਤਾਂ ਉਹਦੇ 'ਚ ਪਤਾ ਲੱਗੂਗਾ ਤੁਹਾਨੂੰ ਕਿ ਜਿਹੜੀ ਇੰਡੀਆ ਦੀ ਮਿਡਲ ਕਲਾਸ ਹੈਗੀ ਆ ਉਹ ਘਟ ਗਈ ਹੈ, ਘਟ ਹੋਈ ਹੈ। ਮਤਲਬ ਪਹਿਲਾਂ ਉਹ 10 ਕਰੋੜ ਦੇ ਨੇੜੇ ਤੇੜੇ ਇੰਡੀਆ ਦਾ ਮਿਡਲ ਕਲਾਸ ਸੀਗਾ, ਹੁਣ ਉਹ 6 ਕਰੋੜ ਰਹਿ ਗਿਆ, ਯਾਨੀ ਕਿ 35% ਦੇ ਨੇੜੇ ਤੇੜੇ ਘਟਿਆ। ਉਹ ਪੂਰ ਚਲੇ ਗਏ, ਗਰੀਬਾਂ 'ਚ ਆ ਗਏ ਉਹ। ਤੇ ਜਿਹੜੇ ਵਿਕਾਸਸ਼ੀਲ ਦੇਸ਼ ਹੈਗੇ ਆ ਉਹ ਤਾਂ 10 ਸਾਲ ਪਿੱਛੇ ਚਲੇ ਗਏ। ਇਹ SDGs ਜਿਹੜੇ ਕਿ ਆਪਣੇ ਗੋਲਸ ਹੈਗੇ ਆ HDI ਦੇ, ਉਹ ਚੀਜ਼ਾਂ ਨੇ, ਉਹ ਕਹਿ ਰਹੇ ਨੇ ਕਿ 10 ਸਾਲ ਪਿੱਛੇ ਚਲੇ ਗਏ। ਜਾਂ ਮੈਂ ਇਹੀ ਕਹਿ ਰਿਹਾ ਕਿ ਇਸ ਮਹਾਮਾਰੀ ਤੋਂ ਬਾਅਦ, ਇਸੇ ਕਰਕੇ ਮੈਂ ਸਵਾਲ ਕੀਤਾ ਸੀ ਆਫਟਰ ਮੈਥ ਦਾ, ਕਿ ਅਸੀਂ ਵੱਡਾ ਇਕਨੋਮਿਕ ਸੰਕਟ ਵੀ ਦੇਖ ਸਕਦੇ ਹਾਂ, ਵੈਸੇ ਤਾਂ ਹੈ ਹੀ ਆ, ਪਰ ਕੋਈ ਵੱਡੀ ਜਿਹੜੀ ਆਰਥਿਕ ਮੰਦਵਾੜਾ ਵੀ ਦੇਖ ਸਕਦੇ ਹਾਂ, ਬਿਲਕੁਲ ਨੈਸ਼ਨਲੀ ਵੀ ਨੈਸ਼ਨਲੀ ਵੀ। ਬਿਲਕੁਲ ਖੜਾ ਹੈ, ਸਿਰ ਤੇ ਖੜਾ ਹੈ। ਦੇਖੋ ਆਪ ਜੀ, ਜਿਹੜੇ ਪ੍ਰਵਾਸੀ ਮਜ਼ਦੂਰ ਹੈਗੇ ਆ, ਉਹਨਾਂ ਚੋਂ ਇੱਕ ਸੈਂਟਰ ਫॉर ਇਕੁਇਟੀ ਸਟੱਡੀਜ਼ ਹੈ, ਉਹਨਾਂ ਦਾ ਇੱਕ ਸਰਵੇ ਆਇਆ ਹੈ, ਉਹਨਾਂ ਕੋਲ 7 ਦਿਨ ਦਾ ਰਾਸ਼ਨ ਵੀ ਨਹੀਂ ਬਚਿਆ। ਤੇ ਹੰਗਰ ਨਾਲ ਡੈਥਸ ਤੁਸੀਂ ਦੇਖੋਗੇ ਹੁੰਦੀਆਂ ਦੁਬਾਰੇ। ਤੇ ਜਿਹੜੀ ਮਿਸਮੈਨੇਜਮੈਂਟ ਹੈਗੀ ਆ ਸਰਕਾਰ ਵੱਲੋਂ, ਉਹ ਬਹੁਤ ਜ਼ਿਆਦਾ ਹੈਗੀ ਆ, ਬਹੁਤ ਜ਼ਿਆਦਾ। ਮਤਲਬ ਈਵਨ ਜਿਹੜੇ BJP ਦੇ MLAs ਹੈਗੇ ਆ ਜਾਂ ਫਿਰ MPs ਹੈਗੇ ਆ, ਉਹ ਵੀ ਆਪਣੇ ਖੁਦ ਦੇ ਵਾਸਤੇ ਬੈਡ ਨਹੀਂ ਕਰ ਪਾ ਰਹੇ। ਕਿਹਾ ਹੋਇਆ ਕਿ RSS 'ਚ ਵੀ ਇੱਕ ਐਂਗਰ ਸੀਗਾ, RSS ਦੇ ਵੱਡੇ ਲੀਡਰਾਂ 'ਚ ਵੀ ਸਰਕਾਰ ਕੀ ਕਰ ਰਹੀ ਹੈ। ਰੰਧਤੀ ਨੇ ਲਿਖਿਆ ਕਿ ਮੋਦੀ ਜੀ ਅਸਤੀਫਾ ਦਿਓ। ਉਸੇ ਤਰੀਕੇ ਨਾਲ RSS ਦੇ ਅੰਦਰ ਵੀ ਇਹ ਸੀਗਾ ਕਿ ਪੂਰੀ ਕੈਬਨਿਟ ਚੇਂਜ ਹੋਣੀ ਚਾਹੀਦੀ ਹੈਗੀ। ਦੇਖੋ RSS ਦੇ ਜਿਹੜੇ ਲੋਕ ਹੈਗੇ ਆ, ਜਿਹੜੇ ਉਹਨਾਂ ਦੇ ਮੁੱਖ ਲੀਡਰ ਹੈਗੇ ਆ, ਉਹ ਇਸ ਟਾਈਮ ਹਾਸੀਏ 'ਤੇ ਹੈਗੇ ਆ, ਅਤੇ ਉਹ ਚਾਹ ਰਹੇ ਨੇ ਉਹਨਾਂ ਦੀ ਐਂਟਰੀ ਹੋਵੇ, ਕਿਉਂਕਿ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਦਾ ਮਤਲਬ ਨੌਲੇਜ ਹੈਗੀ ਆ, ਮੈਨੇਜਮੈਂਟ ਦੀ। ਜਿਵੇਂ ਰਾਜਨਾਥ ਸਿੰਘ ਹੋ ਗਿਆ, ਨਿਤਿਨ ਗਡਕਰੀ ਹੋ ਗਏ, ਇਹ ਵੱਡੇ ਚਿਹਰੇ ਨੇ RSS ਦੇ, ਭਰੋਸੇ ਲਾਇਕ ਲੀਡਰ ਨੇ, ਜਿਹੜੇ ਕਿ ਅਮਿਤ ਸ਼ਾਹ ਨੇ ਤੇ ਮੋਦੀ ਨੇ ਖੁੱਡੇ ਲਾਈਨ ਲੈ ਰੱਖੇ ਨੇ। ਉਹ ਚਾਹ ਰਹੇ ਨੇ ਕਿ ਉਹ ਆਉਣ ਅਤੇ ਜਿਹੜਾ ਐਡਮਿਨਿਸਟ੍ਰੇਸ਼ਨ ਹੈਗਾ, ਜਿਹੜਾ ਸਿਸਟਮ ਹੈਗਾ, ਉਹਨੂੰ ਦੁਬਾਰੇ ਉਹ ਠੀਕ ਕਰਨ, ਤਾਂ ਕਿ ਜਿਹੜੀ ਪੂਰੀ ਇਮੇਜ ਖਰਾਬ ਹੋ ਰਹੀ ਹੈ ਸਰਕਾਰ ਦੀ, ਉਹ ਹੋਵੇ। ਇਸ ਵਾਰ ਦਾ ਆਊਟਲੁੱਕ ਦਾ ਤੁਸੀਂ ਇਸ਼ੂ ਦੇਖੋਗੇ, ਉਹਦੇ 'ਤੇ ਲਿਖਿਆ ਹੋਇਆ ਮਿਸਿੰਗ, ਕਵਰ ਸਟੋਰੀ ਹੈ ਮਿਸਿੰਗ ਇੰਡੀਅਨ ਗਵਰਨਮੈਂਟ, ਮਤਲਬ ਭਾਰਤ ਸਰਕਾਰ ਲਾਪਤਾ। ਇੱਕ ਦੇਸ਼ ਦੀ ਵੱਡੀ ਮੈਗਜ਼ੀਨ, ਪੋਲੀਟੀਕਲ ਮੈਗਜ਼ੀਨ, ਉਹ ਇਹ ਕਵਰ ਸਟੋਰੀ ਛਾਪ ਰਹੀ ਹੈ। ਸੋਚ ਕੇ ਦੇਖੋ ਕਿੰਨਾ ਬੁਰਾ ਹਾਲ ਹੈ। ਤਾਂ ਕੀ ਲੱਗਦਾ ਗਾ ਇਹ ਸਾਰੀਆਂ ਚੀਜ਼ਾਂ ਇਸ ਮਾਹੌਲ 'ਚ ਠੀਕ ਹੋ ਸਕਦੀਆਂ ਨੇ, ਜਾਂ ਤੁਹਾਨੂੰ ਲੱਗਦਾ ਹੋਰ ਹਾਲਾਤ ਵਿਗੜਦੇ? ਤੁਸੀਂ ਤਾਂ ਗਰਾਊਂਡ 'ਤੇ ਰਹਿੰਦੇ ਹੋਗੇ, ਹੋਰ ਹਾਲਾਤ ਵਿਗੜਦੇ ਨਜ਼ਰ ਆ ਰਹੇ ਨੇ? ਜੀ ਬਿਲਕੁਲ, ਹਾਲਾਤ ਵਿਗੜਨਗੇ। ਈਵਨ ਜਿਹੜੇ ਆਪਾਂ ਦੇਖੀਏ, ਯਾਨੀ ਹੋਰ ਸੰਕਟ ਗਹਿਰਾ ਹੋਏਗਾ। ਜਿਵੇਂ ਬੱਚਿਆਂ 'ਚ ਕੁਪੋਸ਼ਣ ਆਏਗਾ, ਕਿਉਂਕਿ ਮਿਡ ਡੇ ਮੀਲ ਇੱਕ ਬਹੁਤ ਵੱਡੀ ਸ਼ਕਤੀ ਸੀਗੀ, ਜਿਹਦੇ 'ਚ ਮਤਲਬ ਬੱਚਿਆਂ ਨੂੰ ਅਨਾਜ ਮਿਲਦਾ ਸੀਗਾ, ਦਲੀਆ, ਆਂਡੇ, ਇਹ ਸਾਰੇ ਕੁਛ ਮਿਲਦੇ ਸੀਗੇ। ਉਹ ਬੰਦ ਹੋਇਆ ਲੋਕਡਾਊਨ ਕਰਕੇ। ਸੁੱਖਾ ਰਾਸ਼ਨ ਲੋਕਾਂ ਤੱਕ, ਬੱਚਿਆਂ ਤੱਕ ਪਹੁੰਚ ਨਹੀਂ ਰਿਹਾ, ਅਤੇ ਉਹ ਬੱਚਿਆਂ 'ਤੇ ਕੁਪੋਸ਼ਣ ਦਾ ਆਊਗਾ। ਔਰਤ ਜਿਹੜੀ ਕਿ ਜਿਹੜਾ ਕਿ ਉਹਨਾਂ ਦਾ ਹੋਸਪਿਟਲਾਂ 'ਚ ਉਹਨਾਂ ਦੇ ਉਹ ਪ੍ਰਸਵ ਹੁੰਦਾ ਸੀਗਾ, ਉਹ ਜਿਹੜੀ ਬਰਥ ਦਿੰਦੀਆਂ ਸੀ ਬੱਚਿਆਂ ਨੂੰ, ਉਹ ਘਟਿਆ, ਬੈਡ ਹੀ ਹੈ ਨਹੀਂ। ਅਤੇ ਇਸ ਕਰਕੇ ਜਿਹੜੇ ਕਿ ਨਵਜਾਤਾਂ ਦੀ ਜਿਹੜੀ ਡੈਥ ਰੇਟ ਹੈ, ਉਹ ਵੱਡੀ ਹੋ ਗਈ। ਜਿਹੜੇ ਕਿ ਪ੍ਰਵਾਸੀ ਮਜ਼ਦੂਰਾਂ ਦਾ ਸੰਕਟ ਹੈ, ਉਹ ਆਪ ਜੀ ਤਾਂ ਜਾਣਦੇ ਹੋ, ਬਹੁਤ ਵੱਡਾ ਸੰਕਟ ਹੈਗਾ। ਉਹ ਸਾਰੇ ਘਰਾਂ ਨੂੰ ਵਾਪਸ ਜਾਣਗੇ। ਈਵਨ ਮਨਰੇਗਾ ਵੀ ਬਹੁਤ ਫੇਲੀਅਰ ਸਾਬਿਤ ਹੋਇਆ ਕਰੋਨਾ ਲੋਕਡਾਊਨ 'ਚ। ਮਨਰੇਗਾ ਦਾ ਸੋਸ਼ਲ ਆਡਿਟ ਹੀ ਨਹੀਂ ਹੋ ਰਿਹਾ, ਔਰ ਮਨਰੇਗਾ ਨੂੰ ਜਿਹੜੀ ਐਲੋਕੇਸ਼ਨ ਹੈ, ਬਜਟਰੀ ਐਲੋਕੇਸ਼ਨ, ਫਿਨਾਂਸ, ਉਹ ਵੀ ਉਹਦੇ 'ਚ ਵੀ ਕੋਈ ਵੱਡਾ ਉਹਨਾਂ ਨੇ ਪ੍ਰਾਵਧਾਨ ਨਹੀਂ ਕੀਤਾ, ਅਤੇ ਮਨਰੇਗਾ ਵੀ ਸਿਕੜੂਗਾ। ਲੇਬਰ ਮਾਰੀ ਗਈ। ਕਿਸਾਨਾਂ ਦੇ ਹਾਲਾਤ ਤੁਸੀਂ ਦੇਖ ਲਓ, ਹਰਿਆਣੇ 'ਚ ਜਿਹੜੇ ਗੇਹੂੰ ਦੀ ਖਰੀਦ ਹੈਗੀ ਆ, ਉਹ ਪੂਰੀ ਨਹੀਂ ਹੋਈ ਹੈ। ਕਣਕ ਦੀ ਖਰੀਦ ਪੂਰੀ ਨਹੀਂ ਹੋਈ ਹੈ। ਟਰੈਕਟਰ ਖੜੇ ਨੇ, ਪੈਸਾ ਲੋਕਾਂ ਦੇ ਅਕਾਊਂਟਾਂ 'ਚ ਆਇਆ ਹੀ ਨਹੀਂ। ਕਿ ਫਿਰ ਇਹਦੇ 'ਚੋਂ ਕੋਈ ਇਸ ਤਰ੍ਹਾਂ ਦੇ ਸੋਸ਼ਲ ਅਨਾਰਕੀ ਵਰਗੇ ਹਾਲਾਤ ਵੀ ਪੈਦਾ ਹੋ ਸਕਦੇ ਨੇ, ਕੋਈ ਸਿਵਲ ਵਾਰ ਵਰਗੇ ਹਾਲਾਤ ਵੀ? ਕਿਉਂਕਿ ਜਦੋਂ ਲੋਕਾਂ ਨੂੰ ਭੁੱਖਮਰੀ ਪਏਗੀ, ਜਦੋਂ ਲੋਕਾਂ ਦੀ ਵਿਚਾਰਿਆਂ ਦੀ ਇਹ ਹਾਲਤ ਹੋ ਜਾਏਗੀ ਕਿ ਲੋਕਾਂ ਕੋਲ ਸਾਧਨ ਨਹੀਂ ਹੋਣਗੇ, ਸਰਕਾਰਾਂ ਦਾ ਕੰਮ ਆ ਜਿਹੜਾ
ਜਿਹੜਾ ਸਰਕਾਰਾਂ ਉਸ ਤਰ੍ਹਾਂ ਨਹੀਂ ਨਿਭਾ ਰਹੀਆਂ, ਤੁਸੀਂ ਕਿਵੇਂ ਦੇਖ ਰਹੇ ਹੋ ਫਿਰ ਇਹਦੀ ਆਉਣ ਵਾਲੇ ਸਮੇਂ ਦੇ ਅੰਦਰ? ਜਾਂ ਕੋਈ ਲੋਕਾਂ 'ਚ ਕੰਸੋਲੀਡੇਸ਼ਨ ਵੀ ਹੋ ਸਕਦੀ ਹੈ ਇਹਨਾਂ ਸਰਕਾਰਾਂ ਦੇ ਖਿਲਾਫ, ਇੱਕ ਮੰਚ ਤੇ ਲੋਕ ਆ ਸਕਦੇ ਨੇ ਆਉਣ ਵਾਲੇ ਸਮੇਂ 'ਚ ਵੀ, ਭਾਈ ਇਹ ਕੀ ਹੋ ਰਿਹਾ, ਦੇਸ਼ ਚਲਾ ਰਹੇ ਹੋ ਜਾਂ ਕੀ ਚਲਾ ਰਹੇ ਹੋਗੇ? ਸਰਕਾਰਾਂ ਮਤਲਬ ਆਪਦੇ ਮਾਫੀਆ ਚਲਾਉਣ ਲਈ ਸਰਕਾਰ ਚਲਾਉਂਦੀਆਂ ਨੇ, ਆਪਣੇ ਵਰਲਡ ਆਰਡਰ ਸੈੱਟ ਕਰਨ ਲਈ ਜਿਵੇਂ ਕਿਸਾਨੀ ਵਾਲਾ ਤਾਂ ਸਰਕਾਰ ਚਲਾਉਂਦੇ ਹੋ, ਜਾਂ ਲੋਕਾਂ ਲਈ ਸਰਕਾਰ ਚਲਾਉਂਦੇ ਹੋ? ਵੈਲਫੇਅਰ ਸਟੇਟ ਹੈ ਜਾਂ ਨਹੀਂ ਆ? ਦੇਖੋ, ਇਸ ਦਾ ਸਬੂਤ ਤਾਂ ਇਹੀ ਹੈ ਕਿ ਹਸਪਤਾਲਾਂ 'ਚ ਸਿਕਿਉਰਿਟੀ ਗਾਰਡ ਕਿੰਨੇ ਆ ਗਏ। ਅਪੋਲੋ ਦੀ ਵੀਡੀਓ ਵਾਇਰਲ ਹੋਈ ਜਿਹਦੇ 'ਚ ਸਿਕਿਉਰਿਟੀ ਗਾਰਡ ਮਰੀਜ਼ਾਂ ਦੇ ਪੇਰੈਂਟਸ ਨੂੰ ਕੁੱਟ-ਕੁੱਟ ਕੇ ਬਾਹਰ ਕਰ ਰਹੇ ਨੇ, ਪਰਿਵਾਰ ਵਾਲਿਆਂ ਨੇ, ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੂੰ ਹਸਪਤਾਲ ਤੋਂ ਬਾਹਰ ਕਰ ਰਹੇ ਨੇ ਕੁੱਟ-ਕੁੱਟ ਕੇ। ਹਰੇਕ ਵੱਡੇ ਹਸਪਤਾਲ 'ਚ 10 ਗੁਣਾ ਜ਼ਿਆਦਾ ਸਿਕਿਉਰਿਟੀ ਫੋਰਸ ਲਾ ਦਿੱਤੀ ਗਈ ਹੈ। ਸਾਰੇ ਹਸਪਤਾਲ ਤੁਸੀਂ ਜਾਓਗੇ ਦਿੱਲੀ ਤੇ ਸਾਰੇ ਹਸਪਤਾਲਾਂ 'ਚ ਮਤਲਬ ਘੱਟੋ ਘੱਟ ਹੁਣ 200 ਸਿਕਿਉਰਿਟੀ ਗਾਰਡ ਹੋਣਗੇ। ਜਿੱਥੇ 5 ਸਿਕਿਉਰਿਟੀ ਗਾਰਡ ਹੁੰਦੇ ਸੀਗੇ ਉੱਥੇ 10 ਉੱਥੇ 200 ਸਿਕਿਉਰਿਟੀ ਗਾਰਡ, ਬਹੁਤ ਵੱਡੀ ਗਿਣਤੀ बढ़ा ਦਿੱਤੀ ਗਈ ਹੈ। ਤੇ ਉਹ ਹੋ ਗਿਆ ਕਿਉਂਕਿ ਲੋਕ ਮਤਲਬ ਹਸਪਤਾਲਾਂ ਦੇ ਗੇਟ ਖੜਖੜਾ ਰਹੇ ਨੇ, ਹੱਲਾ ਕਰ ਰਹੇ ਨੇ, ਲੇਕਿਨ ਉਹ ਕਰ ਵੀ ਕੀ ਸਕਦੇ ਨੇ ਵਿਚਾਰੇ। ਇੰਨੀ ਫੋਰਸ ਹੁੰਦੀ ਹੈ ਉੱਥੇ, ਪੁਲਿਸ ਹੁੰਦੀ ਹੈ, ਜਿਹੜੇ ਸੁਰੱਖਿਆ ਬਲ ਨੇ ਉਹ ਲਾ ਰੱਖੇ ਨੇ, ਉਹ ਚੱਕੇ ਬਾਹਰ ਪਰਾਂ ਮਾਰਦੇ। ਲੋਕ ਐਂਬੂਲੈਂਸਾਂ 'ਚ, ਕਾਰਾਂ 'ਚ ਐਂ ਮਰ ਜਾ ਰਹੇ ਨੇ। ਤੇ ਇਹ ਅਨਾਰਕੀ ਤਾਂ ਪੈਦਾ ਹੋਊਗੀ। ਮਤਲਬ ਮੈਨੂੰ ਲੱਗਦਾ ਕਿ ਜੇ ਹਾਲਾਤ ਨਹੀਂ ਸਾਂਭੇ ਗਏ, ਚੀਜ਼ਾਂ ਠੀਕ ਨਹੀਂ ਹੋਈਆਂ, ਤੇ ਲੋਕਾਂ 'ਚ ਇੱਕ ਗੁੱਸਾ ਹੈਗਾ, ਉਹ ਨਿਕਲੂਗਾ। ਪਤਾ ਨਹੀਂ ਉਹ ਕਿਵੇਂ ਨਿਕਲੂਗਾ, ਉਹ ਨਿਕਲਣਾ ਹੈਗਾ। ਤੇ ਮਨਦੀਪ, ਕੀ ਦੇਖ ਰਹੇ ਹੋਗੇ ਤੁਸੀਂ ਜੇ ਆਪਾਂ ਪੋਜ਼ਿਟਿਵ ਤਰੀਕੇ ਨਾਲ ਇਹਨੂੰ ਗੱਲ ਕਰੀਏ? ਜਿਹੜਾ ਬਾਰ-ਬਾਰ ਕਿਹਾ ਪੋਜ਼ਿਟਿਵਿਟੀ ਕੋਈ ਹਵਾ 'ਚੋਂ ਤਾਂ ਆ ਨਹੀਂ ਜਾਊ। ਜਿਹੜੇ ਗੋਦੀ ਮੀਡੀਆ ਦੇ ਪੱਤਰਕਾਰ ਨੇ ਉਹ ਬਹੁਤ ਰੌਲਾ ਪਾਉਂਦੇ ਨੇ ਪੋਜ਼ਿਟਿਵਿਟੀ ਦੇ ਸਿਸਟਮ ਦਾ। ਪੋਜ਼ਿਟਿਵਿਟੀ ਕੋਈ ਹਵਾ 'ਚੋਂ ਤਾਂ ਆ ਨਹੀਂ ਜਾਊ, ਪਰ ਫਿਰ ਵੀ ਆਪਾਂ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਗਾ ਮਤਲਬ ਇਹ ਉਹੀ ਕਾਰਨ ਆ ਕਿ ਸਾਡੀਆਂ ਸਰਕਾਰਾਂ ਨੇ ਪਿਛਲੇ ਦੌਰ 'ਚ ਹੈਲਥ ਤੇ ਐਜੂਕੇਸ਼ਨ ਦੇ ਬਜਟ ਲਗਾਤਾਰ ਘਟਾਏ, ਡਿਫੈਂਸ ਦੇ ਬਜਟ ਲਗਾਤਾਰ ਵਧਾਏ, ਸਾਡੀ ਜਿਹੜੀ ਪ੍ਰਾਇਓਰਿਟੀ ਹੋਣੀ ਚਾਹੀਦੀ ਸੀ ਸਰਕਾਰਾਂ ਦੀ, ਵੈਲਫੇਅਰ ਸਟੇਟ ਦੀ ਜਿਹੜੀ ਵੀ ਪ੍ਰਾਇਓਰਿਟੀ ਹੁੰਦੀ ਆ, ਉਹ ਪ੍ਰਾਇਓਰਿਟੀਆਂ ਨਹੀਂ ਸੀਗੀਆਂ? ਤੁਹਾਨੂੰ ਕੀ ਲੱਗਦਾ ਫਿਰ ਇਹ ਕਿਵੇਂ ਹੋ ਸਕਦਾ, ਠੀਕ ਕਿਵੇਂ ਹੋ ਸਕਦਾ? ਤੁਸੀਂ ਕਿਵੇਂ ਸੋਚਦੇ ਹੋਗੇ ਕਿ ਇਹ ਸਰਕਾਰਾਂ ਫੋਕਸ ਕਰ ਸਕਦੀਆਂ ਨੇ ਜਿਹੜੀਆਂ ਇੱਕ ਇਸ ਤਰ੍ਹਾਂ ਦੇ ਮਾਡਲ ਨਾਲ ਸੋਚਦੀਆਂ ਨੇ, ਜਿਹਨਾਂ ਨੂੰ ਲੱਗਦਾ ਹੈਗਾ ਕਿ ਹਰ ਖੇਤਰ 'ਚ ਪ੍ਰਾਈਵੇਟ ਪਲੇਅਰ ਆ ਜੇ? ਦੇਖੋ, ਮੈਨੂੰ ਇਹ ਲੱਗਦਾ ਕਿ ਆਫਟਰ 2010 ਜਿਹੜੀ ਪੋਲੀਟਿਕਸ ਇਮੇਜ ਮੇਕਿੰਗ ਦੀ ਬਣੀ, ਜਿੱਥੇ ਪੋਲੀਟੀਕਲ PR ਔਰ ਇਹ ਸਾਰੀਆਂ ਚੀਜ਼ਾਂ ਆਈਆਂ, ਉੱਥੇ ਇਮੇਜ ਮੇਕਿੰਗ ਦਾ ਕੰਮ ਚੱਲ ਪਿਆ। ਅਤੇ ਉਹਨਾਂ ਨੂੰ ਇਸ ਚੀਜ਼ ਦਾ ਫਰਕ ਹੀ ਨਹੀਂ ਪੈ ਰਿਹਾ ਕਿ ਜਿਹੜਾ ਨੀਚੇ ਸਿਸਟਮ ਹੈਗਾ ਉਹ ਗੜਬੜਾ ਰਿਹਾ ਹੈ ਅਤੇ ਲੋਕ ਪਰੇਸ਼ਾਨ ਨੇ। ਉਹ ਇਹ ਸੋਚ ਰਹੇ ਨੇ ਕਿ ਅਸੀਂ ਫਰਜ਼ੀ ਵੈਬਸਾਈਟਾਂ ਬਣਾ ਕੇ ਗੋਦੀ ਮੀਡੀਆ ਦੇ ਪੱਤਰਕਾਰਾਂ ਰਾਹੀਂ ਉਹ ਪੋਜ਼ੀਟਿਵ ਇਮੇਜ ਮੇਕਿੰਗ ਦਾ ਕੰਮ ਕਰ ਲਾਂਗੇ, ਅਸੀਂ ਇਮੇਜ ਦੁਬਾਰੇ ਪੋਜ਼ੀਟਿਵ ਕਰਕੇ ਕਰ ਲਾਂਗੇ। ਬਹੁਤ ਸਾਰੇ ਅਖਬਾਰਾਂ ਨੇ, ਬਹੁਤ ਸਾਰੇ TV ਚੈਨਲਾਂ ਨੇ ਤਾਂ ਕਵਰੇਜ ਵੀ ਨਹੀਂ ਕੀਤੀ। ਹੁਣ ਕਿਸਾਨ ਅੰਦੋਲਨ ਦੇ ਵੀ ਉਲਟ ਕਵਰੇਜ ਕਰ ਰਹੇ ਨੇ। ਕਰੋਨਾ 'ਤੇ ਤਾਂ ਬਹੁਤ ਜ਼ਿਆਦਾ ਅੰਡਰ ਰਿਪੋਰਟਿੰਗ ਹੈਗੀ ਆ, ਮੀਡੀਆ ਹਾਊਸਿਸ ਕੁਛ ਚਲਾ ਹੀ ਨਹੀਂ ਰਹੇ। ਮਤਲਬ ਈਵਨ ਜਿਹੜਾ ਰੋਹਿਤ ਸਰਦਾਨਾ ਆਜ ਤੱਕ ਉਹਦੀ ਡੈਥ ਹੋਈ, ਉਹਦੀ ਡੈਥ ਦਾ ਉਹਨਾਂ ਨੇ ਡਰਾਮਾ ਬਣਾ ਕੇ ਉਸ ਤੋਂ ਬਾਅਦ ਕਰੋਨਾ 'ਤੇ ਕੋਈ ਕਵਰੇਜ ਹੀ ਨਹੀਂ ਚਲਾਈ। ਉਹਨਾਂ ਦੇ ਖੁਦ ਦਾ ਮੇਨ ਐਂਕਰ ਮਰ ਗਿਆ, ਫਿਰ ਉਹ ਕਵਰੇਜ ਨਹੀਂ ਕਰ ਰਹੇ। ਬਹੁਤ ਜ਼ਿਆਦਾ ਅੰਡਰ ਰਿਪੋਰਟਿੰਗ ਹੈਗੀ ਆ। ਅਤੇ ਉਹ ਪ੍ਰੈਸ਼ਰ ਆ ਸਰਕਾਰ ਦਾ, ਸਰਕਾਰ ਦਾ ਪ੍ਰੈਸ਼ਰ ਹੈਗਾ ਇਸ ਟਾਈਮ। ਬਹੁਤ ਘੱਟ ਸੰਸਥਾਨ, ਜਿਹੜੇ ਮੀਡੀਆ ਸੰਸਥਾਨ ਹੈਗੇ, ਸਟੈਂਡ ਲੈ ਪਾ ਰਹੇ ਨੇ, ਸਟੈਂਡ ਹੀ ਨਹੀਂ ਲੈ ਪਾ ਰਹੇ। ਅਤੇ ਇਹ ਜਿਹੜਾ ਪੋਜ਼ੀਟਿਵਿਟੀ ਵਾਲਾ ਗੱਲ ਹੈਗੀ ਆ, ਇਹ ਆਮ ਤੌਰ 'ਤੇ ਜਦੋਂ ਆਪਾਂ ਗੱਲ ਕਰਦੇ ਹਾਂ ਜੀ ਪੋਜ਼ੀਟਿਵਿਟੀ 'ਤੇ ਗੱਲ ਕਰੋ, ਤੁਸੀਂ ਕਿਉਂ ਨੈਗੇਟਿਵਿਟੀ ਗੱਲ ਕਰਦੇ ਹੋ? ਪੋਜ਼ੀਟਿਵਿਟੀ ਦੀ ਗੱਲ ਕਰੋ। ਪੋਜ਼ੀਟਿਵਿਟੀ ਹਵਾ 'ਚੋਂ ਤਾਂ ਆਉਣੀ ਨਹੀਂ ਕਿਤੋਂ। ਬਿਲਕੁਲ ਨਹੀਂ। ਪੋਜ਼ੀਟਿਵਿਟੀ ਤਾਂ ਸਰਕਾਰ ਦਾ ਸਹਿਯੋਗ ਹੋਊ, ਸਮਾਜ ਦਾ ਵੀ ਸਹਿਯੋਗ ਹੋਵੇ, ਸਭ ਨੂੰ ਨਾਲ ਲੈ ਕੇ ਚੱਲਣ ਦੀ ਵੀ ਨਾਰਾ ਨਹੀਂ ਇਕੱਲਾ ਸਭ ਕਾ ਸਾਥ ਸਭ ਕਾ ਵਿਕਾਸ। ਯਾਨੀ ਵਾਕਈ ਜੇ ਤੁਸੀਂ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਹੋ, ਲੋਕ ਖੜੇ ਹੋ ਜਾਣਗੇ। ਦੇਖੋ, ਕੈਪਟਨ ਨਾਲ ਵੀ ਖੜੇ ਹੋ ਜਾਣਗੇ, ਮੋਦੀ ਨਾਲ ਵੀ ਹੋ ਜਾਣਗੇ, ਕੋਈ ਮਸਲਾ ਨਹੀਂ। ਬਿਲਕੁਲ ਖੜੇ ਹੋ ਜਾਣਗੇ। ਉਹ ਪੋਜ਼ੀਟਿਵਿਟੀ ਦਿਖਦੀ ਹੈ ਤੁਹਾਡੇ ਐਕਸ਼ਨਾਂ ਤੋਂ। ਤੁਸੀਂ ਕੀ ਕਹਿ ਰਹੇ ਹੋ? ਜਿਹੜੇ ਸੱਤਾ ਪਕਸ਼ ਦੇ ਲੋਕ ਹੈਗੇ ਆ, ਉਹ ਹਵਨ ਤੇ ਅਨਸਾਇੰਟੀਫਿਕ ਚੀਜ਼ਾਂ ਤੇ ਤਾਲੀ ਵਜਾਉਣ ਤੇ ਗੱਲ ਕਰ ਰਹੇ ਨੇ। ਕਹਿੰਦੇ ਤਾਲੀ ਪਿੱਟੋ ਜੀ, ਹੈ ਨਾ, ਹਵਨ ਕਰੋ ਜੀ, ਕਰੋਨਾ ਚਲਾ ਜਾਊਗਾ, ਗੋ ਕਰੋਨਾ ਗੋ ਦੇ ਮੰਤਰੀ ਨਾਰੇ ਲਾ ਰਹੇ ਨੇ, ਅਨਸਾਇੰਟੀਫਿਕ ਚੀਜ਼ਾਂ ਉਹ ਪ੍ਰਮੋਟ ਕਰ ਰਹੇ ਨੇ। ਤੇ ਕਿਵੇਂ ਪੋਜ਼ੀਟਿਵਿਟੀ ਕਰ ਲਈਏ? ਮਤਲਬ ਤੁਹਾਡੇ ਅੰਧ ਵਿਸ਼ਵਾਸਾਂ ਤੋਂ ਅਸੀਂ ਪੋਜ਼ੀਟਿਵਿਟੀ ਸਿੱਖ ਲਈਏ? ਤੁਸੀਂ ਜਿਹੜਾ ਸਾਇੰਟੀਫਿਕ ਟੈਂਪਰਾਮੈਂਟ ਹੈਗਾ ਆਪਣੇ ਦੇਸ਼ ਦਾ, ਉਹਦਾ ਨਾਸ ਮਾਰਤਾ ਤੁਸੀਂ। ਮਤਲਬ ਅਨਸਾਇੰਟੀਫਿਕ ਚੀਜ਼ਾਂ ਕਰਕੇ ਤਾਂ ਕਹਿ ਰਹੇ ਹੋ ਪੋਜ਼ੀਟਿਵਿਟੀ ਦੀ ਗੱਲ ਕਰੀਏ। ਉਹ ਕੋਈ ਐਕਸ਼ਨ ਤਾਂ ਕਰਕੇ ਦਿਖਾਣ, ਕੁਛ ਤਾਂ ਲੈ ਕੇ ਆਉਣ, ਕੋਈ ਤਾਂ ਐਕਸ਼ਨ ਪਲਾਨ ਹੋਵੇ, ਕੋਈ ਤਾਂ ਰੂਟ ਮੈਪ ਹੋਵੇ, ਦੱਸੇ ਕਿ ਮਹਾਂਮਾਰੀ ਤੋਂ ਅਸੀਂ ਐਵੇਂ ਕੱਢਾਂਗੇ ਬਾਹਰ ਤੁਹਾਨੂੰ। ਉਹ ਦਿਖਾ ਦੇਣਾ, ਅਸੀਂ ਪੋਜ਼ੀਟਿਵ ਗੱਲ ਕਰਾਂਗੇ, ਅਸੀਂ ਪ੍ਰਮੋਟ ਕਰਾਂਗੇ, ਖੁਦ ਪ੍ਰਮੋਟ ਕਰਾਂਗੇ ਉਸ ਐਕਸ਼ਨ ਪਲਾਨ ਨੂੰ। ਇਹ ਤਾਂ ਅਨਸਾਇੰਟੀਫਿਕ ਚੀਜ਼ਾਂ ਪ੍ਰਮੋਟ ਕਰ ਰਹੇ ਨੇ, ਲੈ ਕੇ ਆ ਰਹੇ ਨੇ। ਹਵਨ ਕਰਕੇ ਕਰੋਨਾ ਨੂੰ ਭਗਾ ਦਾਂਗੇ, ਗੋ ਕਰੋਨਾ ਗੋ, ਤਾਲੀ ਪਿੱਟੋ, ਇਹ ਕਰੋ ਉਹ ਕਰੋ। ਕੋਈ ਗੱਲ ਹੋਈ? ਮਤਲਬ ਇਹ ਸੀਰੀਅਸਲੀ
ਪੋਜ਼ਿਟਿਵਿਟੀ ਵਾਲੀ ਚੀਜ਼ ਤੇ ਤਾਂ ਗੱਲ ਕਰਨ ਵਾਲੀ ਹੈਗੀ ਹੈ, ਇਹ ਠੀਕ ਠਾਕ ਗੜਬੜ ਚੀਜ਼ ਹੈ। ਅੰਧ ਵਿਸ਼ਵਾਸ ਨਾਲ ਕੋਈ ਪੋਜ਼ਿਟਿਵਿਟੀ ਨਹੀਂ ਆਉਂਦੀ। ਅੱਛਾ, ਖੱਟਰ ਨੇ ਅੱਜ ਬਿਆਨ ਦਿੱਤਾ ਕਿ ਜੀ ਪਿੰਡਾਂ 'ਚ ਜੇ ਕਰੋਨਾ ਫੈਲ ਗਿਆ ਤਾਂ ਕਿਸਾਨਾਂ ਕਰਕੇ, ਕਿਸਾਨ ਅੰਦੋਲਨ ਕਰਕੇ ਫੈਲ ਗਿਆ। ਤਾਂ ਤੁਸੀਂ ਕਿਸਾਨ ਅੰਦੋਲਨ ਨੂੰ ਤਾਂ ਬਹੁਤ ਨੇੜਿਓਂ ਕਵਰ ਕੀਤਾ, ਹੁਣ ਵੀ ਲਗਾਤਾਰ ਉਹਨਾਂ ਨਾਲ ਇਨ ਟੱਚ ਰਹਿੰਦੇ ਹੋ, ਜਾਂਦੇ ਵੀ ਹੋ ਉੱਥੇ, ਤੁਹਾਡੀ ਤੇ ਅਰੈਸਟ ਵੀ ਹੋ ਗਈ ਸੀ ਉੱਥੋਂ। ਕੀ ਲੱਗਦਾ ਤੁਹਾਨੂੰ ਫਿਰ ਇਹ ਸਟੇਟਮੈਂਟ ਕੀ ਨੇ, ਔਰ ਕਿਸਾਨਾਂ ਨੂੰ ਕੀ ਕਰਨ ਦੀ ਲੋੜ ਆ ਜੀ? ਦੇਖੋ, ਮੈਨੂੰ ਲੱਗਦਾ ਹੈ ਕਿ ਜੋ ਸਭ ਤੋਂ ਹੈਲਥ ਰਿਪੋਰਟਿੰਗ ਕਰਦੇ ਤੇ ਹੋਰ ਵੀ ਇੰਡੀਆ ਦੇ ਜਿਹੜੇ ਟੌਪ ਹੈਲਥ ਰਿਪੋਰਟਰਸ ਨੇ, ਤੇ ਅੱਜ ਕਈ ਮੀਡੀਆ ਹਾਊਸਿਸ ਨੇ ਵੀ ਕਵਰ ਕੀਤਾ, ਜਿਹੜਾ ਈਵਨ BBC ਨੇ ਵੀ ਕਵਰ ਕੀਤਾ। ਤੇ ਜਿਹੜਾ ਸਭ ਤੋਂ ਜ਼ਿਆਦਾ ਕੋਰੋਨਾ ਇਸ ਸੈਕਿੰਡ ਵੇਵ 'ਚ ਕਰੋਨਾ ਦਾ ਜਿਹੜਾ ਬੰਬ ਬਣਿਆ ਉਹ ਸੀਗਾ ਮਹਾਕੁੰਭ, ਹਰਿਦੁਆਰ 'ਚ ਜਿਹੜਾ ਮਹਾਕੁੰਭ ਹੋਇਆ। ਇੱਕ ਤਾਂ ਉਹ ਇਲੈਕਸ਼ਨਾਂ ਕਰਕੇ ਪਹਿਲਾਂ ਕਰਾਇਆ ਗਿਆ, 1 ਸਾਲ ਪਹਿਲਾਂ ਕਰਾਇਆ ਗਿਆ, ਕਿਉਂਕਿ ਉੱਤਰਾਖੰਡ 'ਚ ਇਲੈਕਸ਼ਨ ਹੋਣੇ ਨੇ, ਉਹਨਾਂ ਨੇ ਇਲੈਕਸ਼ਨ ਜਿੱਤਣਾ ਸੀਗਾ, 1 ਸਾਲ ਪਹਿਲਾਂ ਉਹਨਾਂ ਨੇ ਮਹਾਕੁੰਭ ਕਰਾਇਆ। ਦੂਜਾ ਬੰਗਾਲ ਦੇ ਇਲੈਕਸ਼ਨ, ਠੀਕ ਹੈ। ਤੇ ਜਿਹੜੀ ਗੱਲ ਇਹ ਕਿਸਾਨ ਅੰਦੋਲਨ ਤੇ ਕਹਿ ਰਹੇ ਨੇ ਕਿ ਇਹਨਾਂ ਨੇ ਕਰੋਨਾ ਫੈਲਾਇਆ, ਕਿਸਾਨਾਂ ਦੀ ਤਾਂ ਮੂਵਮੈਂਟ ਹੀ ਨਹੀਂ ਹੈ, ਉਹ ਤਾਂ ਇੱਕ ਥਾਂ ਤੇ ਬੈਠੇ ਨੇ। ਉਹ ਕਿਹੜਾ ਮਤਲਬ ਦਿੱਲੀ ਜਾ ਕੇ ਜਾਂ ਫਿਰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਜਾ ਕੇ, ਮਹਾਰਾਸ਼ਟਰ ਜਾ ਕੇ ਲੋਕਾਂ ਨੂੰ ਫੈਲਾ ਰਹੇ ਨੇ। ਉਹ ਤਾਂ ਦਿੱਲੀ ਬੈਠੇ ਨੇ ਆਪਣੇ ਸੈਂਟਰ ਤੇ। ਸੁਪਰ ਸਪਰੈਡਰ ਨਹੀਂ ਹੈਗੇ, ਬਿਲਕੁਲ ਨਹੀਂ ਹੈ ਸੁਪਰ ਸਪਰੈਡਰ। ਤੇ ਸੁਪਰ ਸਪਰੈਡਰ ਤਾਂ ਮਹਾਕੁੰਭ ਹੈਗਾ, ਤੇ ਦੂਜਾ ਬੰਗਾਲ ਦੇ ਇਲੈਕਸ਼ਨ ਚੋਣਾਂ ਨੇ। ਮੋਦੀ ਨੂੰ ਵੀ ਕਿਹਾ ਲੋਕਾਂ ਨੇ ਸੁਪਰ ਸਪਰੈਡਰ। ਬਿਲਕੁਲ, ਕਈ ਇੰਟਰਨੈਸ਼ਨਲ ਮੀਡੀਆ ਆਊਟਲੈਟਸ ਨੇ ਤਾਂ ਛਾਪਿਆ ਹੈ ਸੁਪਰ ਸਪਰੈਡਰ ਹੈਗੇ। ਇਹ ਸਾਰੀ ਪੋਲੀਟੀਕਲ ਇਹਨਾਂ ਨੇ ਮਤਲਬ ਜਦੋਂ ਜਿਹੜੀ ਸੈਕਿੰਡ ਵੇਵ ਸੀਗੀ ਉਹ ਮੂਵ ਅਪਵਰਡ ਜਾ ਰਹੀ ਸੀ, ਉੱਤੇ ਜਾ ਰਹੀ ਸੀ, ਉਹਨਾਂ ਨੇ ਆਪਣੀ ਰੈਲੀਆਂ ਕੈਂਸਲ ਕਿਉਂ ਨਹੀਂ ਕੀਤੀਆਂ ਬੰਗਾਲ 'ਚ? ਇਹਨਾਂ ਕੋਲ ਤਾਂ ਸਾਰੀ ਸੂਚਨਾ ਸੀ, ਸਾਰੀ ਸੂਚਨਾ ਪ੍ਰਧਾਨ ਮੰਤਰੀ ਕੋਲ, ਦੂਜੇ ਕੋਲ ਤਾਂ ਨਾ ਹੋਵੇ। ਈਵਨ ਬਹੁਤ ਸਾਰੇ ਜਿਹੜੇ ਰਾਹੁਲ ਨੇ ਪਹਿਲਾਂ ਕਰਤੀਆਂ ਸੀ ਕੈਂਸਲ, ਹਾਂਜੀ, ਮਮਤਾ ਨੇ ਫਿਰ ਬਾਅਦ ਚੋਂ ਕੀਤੀਆਂ, ਕੁਝ ਕੈਂਸਲ ਕੀਤੀਆਂ ਐਂਡ 'ਚ ਆ ਕੇ, ਸਾਰੀ ਉਹਨਾਂ ਨੇ ਵੀ ਨਹੀਂ ਕੀਤੀਆਂ, ਉਹ ਵੀ ਕਰਦੇ ਰਹੇ ਪੋਲੀਟਿਕਸ, ਪਰ ਕੁਝ ਤਾਂ ਉਹਨਾਂ ਨੇ ਕੀਤਾ। ਇਹ ਚੀਜ਼ ਦੇਖਣ ਵਾਲੀ ਹੈਗੀ ਆ ਕਿ ਸੁਪਰ ਸਪਰੈਡਰ ਕੌਣ ਨੇ ਤੇ ਕਿਹੜੇ ਇੰਸੀਡੈਂਟ ਨੇ। BBC ਦੀ ਰਿਪੋਰਟ ਜਾ ਕੇ ਦੇਖ ਲਓ, ਮਹਾਕੁੰਭ ਦਾ ਸਾਰਾ ਰੋਲ ਪਤਾ ਲੱਗ ਜਾਊਗਾ। ਤਾਂ ਧੰਨਵਾਦ ਮਨਦੀਪ ਸਾਨੂੰ ਜੁਆਇਨ ਕਰਨ ਲਈ। ਇਹ ਨੇ ਮਨਦੀਪ ਪੁਨੀਆ, ਤੇ ਅਸੀਂ ਅੱਜ ਤਕਰੀਬਨ ਉਹ ਸਾਰੀਆਂ ਗੱਲਾਂ, ਕਿਉਂਕਿ ਇੱਕ ਤਰ੍ਹਾਂ ਦਾ ਪਰਿਵਾਰ ਹੀ ਹੁੰਦਾ, ਚਾਹੇ ਜਰਨੈਲ ਹੋਰੀ ਪੋਲੀਟਿਕਸ 'ਚ ਆ ਗਏ ਸੀ, ਪਰ ਪੱਤਰਕਾਰਾਂ ਦੇ ਉਸ ਪਰਿਵਾਰ 'ਚੋਂ ਇੱਕ ਜ਼ਹੀਨ ਪੱਤਰਕਾਰ, ਇੱਕ ਪੰਥ ਦੇ ਮਸਲਿਆਂ 'ਤੇ ਗੱਲ ਕਰਨ ਵਾਲਾ ਪੱਤਰਕਾਰ ਚਲਾ ਗਿਆ। ਹੋਰ ਵੀ ਜਿਹੜੇ ਚਲੇ ਗਏ, ਸਾਰੇ ਜਿਹੜੇ ਇੱਥੋਂ ਜਾ ਰਹੇ ਨੇ, ਦੁਨੀਆ ਤੋਂ ਕਿਸੇ ਦਾ ਵੀ ਜਾਣਾ ਬੇਹੱਦ ਦੁਖਦ ਹੈ। ਸਰਕਾਰਾਂ ਗੰਭੀਰ ਹੋਣ, ਸਰਕਾਰਾਂ ਵਿਗਿਆਨਕ ਤਰੀਕੇ ਅਪਣਾ ਕੇ, ਲੋਕ ਪੱਖੀ ਮਾਡਲ ਅਪਣਾ ਕੇ, ਕੁਦਰਤ ਪੱਖੀ ਹੋ ਕੇ ਇਸ ਮਸਲੇ ਦਾ ਹੱਲ ਕੱਢਣ।